ਤਾਂ ਹਰਿਆਣਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ। ਹਰਿਆਣਾ ਦੇ ਵਿੱਚ ਮੁਕੰਮਲ ਲੌਕਡਾਊਨ ਦਾ ਐਲਾਨ ਕਰ ਦਿੱਤਾ ਗਿਆ ਹੈ। ਮੁਕੰਮਲ ਲੌਕਡਾਊਨ ਜਿਸ ਬਾਰੇ ਲੋਕ ਬੜੇ ਸਵਾਲ ਪੁੱਛ ਰਹੇ ਸੀ, ਹਰਿਆਣਾ ਨੇ ਉਸ ਦਾ ਐਲਾਨ ਕਰ ਦਿੱਤਾ ਹੈ। ਮੁਕੰਮਲ ਲੌਕਡਾਊਨ, ਇਹ ਵੱਡੀ ਖਬਰ ਆ ਰਹੀ ਹੈ ਇਸ ਵੇਲੇ। ਹੋਰ ਕੀ ਸਰਕਾਰ ਨੇ ਐਲਾਨ ਕੀਤੇ ਨੇ ਉਸ ਬਾਰੇ ਦੱਸਾਂਗੇ, ਪਰ ਇੱਕ ਲਾਈਨ ਦੀ ਸਭ ਤੋਂ ਵੱਡੀ ਖਬਰ ਹੈ ਇਸ ਵੇਲੇ ਕਿ ਹਰਿਆਣਾ ਦੇ ਵਿੱਚ ਮੁਕੰਮਲ ਲੌਕਡਾਊਨ ਲਗਾ ਦਿੱਤਾ ਗਿਆ ਹੈ। ਹਰਿਆਣਾ ਸਰਕਾਰ ਦਾ ਇਹ ਵੱਡਾ ਫੈਸਲਾ ਹੈ। ਹਾਲਾਂਕਿ ਪਹਿਲਾਂ ਇਸ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ। ਕੱਲ ਵੀ ਜਦੋਂ ਵੀਕਐਂਡ ਲੌਕਡਾਊਨ ਤੇ ਅਸੀਂ ਚਰਚਾ ਕਰ ਰਹੇ ਸੀ, ਉਸ ਵੇਲੇ ਸਵਾਲ ਬਾਰ-ਬਾਰ ਪੁੱਛਿਆ ਜਾ ਰਿਹਾ ਸੀ, ਪਰ ਹੁਣ ਇਹ ਖਬਰ ਆ ਰਹੀ ਹੈ ਕਿ ਅਗਲੇ ਐਤਵਾਰ ਯਾਨੀ 9 ਮਈ ਤੱਕ ਪੂਰੇ ਹਰਿਆਣਾ ਦੇ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ। 9 ਮਈ ਤੱਕ ਹਰਿਆਣਾ ਦੇ ਵਿੱਚ ਲੌਕਡਾਊਨ ਰਹੇਗਾ ਮੁਕੰਮਲ ਤੌਰ ਤੇ। 9 ਮਈ ਤੱਕ ਲੌਕਡਾਊਨ ਲਗਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਇਹ ਐਲਾਨ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਵੱਡਾ ਐਲਾਨ ਕੀਤਾ ਹੈ। ਪਹਿਲਾਂ 9 ਜ਼ਿਲ੍ਹਿਆਂ ਦੇ ਵਿੱਚ ਸਿਰਫ ਵੀਕਐਂਡ ਲੌਕਡਾਊਨ ਲਗਾਇਆ ਗਿਆ ਸੀ, ਪਰ ਹੁਣ ਇਸ ਨੂੰ ਅੱਗੇ ਵਧਾਉਂਦੇ ਹੋਏ ਪੂਰੇ ਹਰਿਆਣਾ ਦੇ ਵਿੱਚ, ਪੂਰੀ ਸਟੇਟ ਦੇ ਵਿੱਚ ਲੌਕਡਾਊਨ ਲਗਾ ਦਿੱਤਾ ਗਿਆ ਹੈ 9 ਮਈ ਤੱਕ ਦੇ ਲਈ। ਯਾਨੀ ਸਿੱਧਾ ਇਹ ਸੰਕੇਤ ਨੇ ਕਿ ਸਰਕਾਰਾਂ ਹੁਣ ਇਸ ਵੇਲੇ ਜੋ ਸਥਿਤੀ ਬਣ ਚੁੱਕੀ ਹੈ ਕਰੋਨਾ ਦੀ, ਉਸ ਨਾਲ ਨਿਪਟਣ ਦੇ ਉਸ ਤਰੀਕੇ ਨਾਲ ਸਮਰੱਥ ਨਹੀਂ ਰਹੀਆਂ। ਜਿਹੜੇ ਸਿਹਤ ਇੰਤਜ਼ਾਮ ਨੇ, ਸਿਹਤ ਸੇਵਾਵਾਂ ਨੇ, ਉਹ ਇਸ ਕਦਰ ਨਾਕਾਫੀ ਪੈ ਗਈਆਂ ਨੇ ਕਿ ਸਰਕਾਰਾਂ ਕੋਲੇ ਜਿਹੜਾ ਆਖਰੀ ਹਥਿਆਰ ਜਿਸ ਦੀ ਗੱਲ ਕੀਤੀ ਜਾ ਰਹੀ ਸੀ ਕਿ ਲੌਕਡਾਊਨ ਆਖਰੀ ਹਥਿਆਰ ਹੋਣਾ ਚਾਹੀਦਾ, ਉਹ ਆਖਰੀ ਹਥਿਆਰ ਹਰਿਆਣਾ ਸਰਕਾਰ ਨੇ ਵਰਤ ਲਿਆ। ਹਰਿਆਣਾ ਦੇ ਵਿੱਚ ਮੁਕੰਮਲ ਲੌਕਡਾਊਨ ਲੱਗ ਗਿਆ ਹੈ ਅਗਲੇ 9 ਮਈ ਤੱਕ ਦੇ ਲਈ। ਯਾਨੀ ਇੱਕ ਹਫ਼ਤੇ ਦੇ ਲਈ ਅੱਗੇ ਜਿਹੜਾ ਵੀਕਐਂਡ ਕਰਫਿਊ ਸੀ, ਵੀਕਐਂਡ ਲੌਕਡਾਊਨ ਸੀ 9 ਜ਼ਿਲ੍ਹਿਆਂ ਦਾ, ਉਸ ਨੂੰ ਐਕਸਟੈਂਡ ਕਰਕੇ 9 ਮਈ ਤੱਕ ਦੇ ਲਈ ਕਰ ਦਿੱਤਾ ਗਿਆ ਹੈ। ਇਸ ਵੇਲੇ ਦੀ ਵੱਡੀ ਖਬਰ ਅਸੀਂ ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਦਰਸ਼ਕਾਂ ਨੂੰ ਦੱਸ ਰਹੇ ਹਾਂ। ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, ਲੌਕਡਾਊਨ ਲਗਾ ਦਿੱਤਾ ਗਿਆ ਹੈ ਹਰਿਆਣਾ ਦੇ ਵਿੱਚ 9 ਮਈ ਤੱਕ। ਸੋ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੈ ਇਹ, ਕਿਉਂਕਿ ਜਿਹੜਾ ਇਹ ਟਰਾਈ ਸਟੇਟਸ ਨੇ, ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਇਹਨਾਂ ਦੇ ਵਿੱਚ ਕਰੋਨਾ ਦੇ ਕੇਸ ਲਗਾਤਾਰ ਵੱਧ ਰਹੇ ਨੇ। ਸੋ ਉਸ ਨੂੰ ਦੇਖਦੇ ਹੋਏ ਹਰਿਆਣਾ ਸਰਕਾਰ ਨੇ ਸਭ ਤੋਂ ਪਹਿਲ ਇਹ ਕੀਤੀ ਹੈ ਦਿੱਲੀ ਤੋਂ ਬਾਅਦ। ਪਹਿਲਾਂ ਦਿੱਲੀ ਦੇ ਵਿੱਚ ਲਗਾਤਾਰ ਲੌਕਡਾਊਨ ਚੱਲ ਰਿਹਾ ਸੀ, ਹੁਣ ਹਰਿਆਣਾ ਸਰਕਾਰ ਨੇ ਲੌਕਡਾਊਨ ਲਗਾ ਦਿੱਤਾ ਹੈ 9 ਮਈ ਤੱਕ। ਕਰੋਨਾ ਦੇ ਵੱਧਦੇ ਕੇਸਾਂ ਦੇ ਮੱਦੇਨਜ਼ਰ ਇਹ ਵੱਡਾ ਫੈਸਲਾ ਲਿਆ ਗਿਆ ਹੈ। ਪਹਿਲਾਂ 9 ਜ਼ਿਲ੍ਹਿਆਂ ਦੇ ਵਿੱਚ ਲੌਕਡਾਊਨ ਸੀ। ਹਰਿਆਣਾ ਸਰਕਾਰ ਵੱਲੋਂ ਵੀਕਐਂਡ ਲੌਕਡਾਊਨ ਲਗਾਇਆ ਗਿਆ ਸੀ 9 ਜ਼ਿਲ੍ਹਿਆਂ ਦੇ ਵਿੱਚ, ਸ਼ਨੀਵਾਰ ਤੇ ਐਤਵਾਰ ਦਾ। ਪਰ ਜਿਸ ਤਰੀਕੇ ਨਾਲ ਜਿਹੜੇ ਨਵੇਂ ਕੇਸ ਆ ਰਹੇ ਨੇ, ਉਹਨਾਂ ਦੀ ਰਫ਼ਤਾਰ ਹੈ, ਸਿਹਤ ਸੇਵਾਵਾਂ ਜਿਹੜੀਆਂ ਨਾਕਾਫੀ ਪੈ ਗਈਆਂ ਨੇ। ਸੋ ਇਸ ਕਰਕੇ ਹੁਣ ਸਰਕਾਰ ਨੇ ਪੂਰਨ ਪਾਬੰਦੀਆਂ ਲਗਾ ਦਿੱਤੀਆਂ ਨੇ ਅਗਲੇ ਇੱਕ ਹਫ਼ਤੇ ਲਈ। ਘੱਟੋ ਘੱਟ ਲੋਕਾਂ ਦੇ ਬਾਹਰ ਨਿਕਲਣ ਤੇ ਅਗਲੇ ਐਤਵਾਰ ਤੱਕ 9 ਮਈ ਤੱਕ ਲੌਕਡਾਊਨ ਲਗਾ ਦਿੱਤਾ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ। ਮਨੋਹਰ ਲਾਲ ਖੱਟਰ ਦਾ ਇਹ ਵੱਡਾ ਫੈਸਲਾ, ਕੰਪਲੀਟ ਲੌਕਡਾਊਨ ਹਰਿਆਣਾ ਦੇ ਵਿੱਚ 9 ਮਈ ਤੱਕ। ਜਿਸ ਤਰੀਕੇ ਨਾਲ ਅਸੀਂ ਲਗਾਤਾਰ ਦੱਸ ਰਹੇ ਹਾਂ, ਜੋ ਫਿਗਰਸ ਅਸੀਂ ਦੇਖ ਰਹੇ ਸੀ, ਉਹਨਾਂ ਫਿਗਰਸ ਨੂੰ ਲੈ ਕੇ ਕਾਫੀ ਚਿੰਤਾ ਵੱਧ ਜਾਂਦੀ ਹੈ ਜਦੋਂ ਇਹ ਫਿਗਰਸ ਸਾਹਮਣੇ ਆਉਂਦੀਆਂ ਨੇ। ਸੋ ਉਸੇ ਨੂੰ ਲੈ ਕੇ ਸੂਬਾ ਸਰਕਾਰਾਂ ਜਿਸ ਨੂੰ ਇੱਕ ਆਖਰੀ ਹਥਿਆਰ ਦੇ ਤੌਰ ਤੇ ਦੇਖ ਰਹੀਆਂ ਸੀ, ਹਰਿਆਣਾ ਸਰਕਾਰ ਨੂੰ ਉਹ ਹਥਿਆਰ ਵਰਤਣਾ ਪੈ ਗਿਆ ਹੈ। ਆਖਰੀ ਹਥਿਆਰ ਕੇ ਮੁਕੰਮਲ ਲੌਕਡਾਊਨ ਫਿਲਹਾਲ 9 ਮਈ ਤੱਕ ਹੈ। ਬਾਕੀ ਸਥਿਤੀ ਦੇ ਮੁਤਾਬਕ ਅੱਗੇ ਦੇਖਿਆ ਜਾਏਗਾ ਜੇ ਉਸ ਨੂੰ ਐਕਸਟੈਂਡ ਕਰਨਾ ਪੈਂਦਾ ਹੈ ਤਾਂ। ਪਰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕੀ ਕਹਿ ਰਹੇ ਨੇ, ਇਹ ਵੀ ਤੁਹਾਨੂੰ ਸੁਣਾਉਂਦੇ ਹਾਂ। वीकेंड लॉकडाउन लगाया है, क्या उसको एक्सटेंड करने की या फर्स्ट हम एक्सटेंड कर रहे हैं, और अब ये अगले रविवार यानी 9 तारीख तक 10 सवेरे तक अब ये जो लॉकडाउन है वो रहेगा, मतलब कंटिन्यू रहेगा और सारे प्रदेश में रहेगा। और सर एक वीकेंड लॉकडाउन लगाया है, क्या उसको एक्सटेंड करने की या फर्स्ट हम एक्सटेंड कर रहे हैं, और अब ये अगले रविवार यानी 9 तारीख तक 10 सवेरे तक अब ये जो लॉकडाउन है वो रहेगा, मतलब कंटिन्यू रहेगा और सारे प्रदेश में रहेगा। और सर एक वीकेंड लॉकडाउन लगाया है, क्या उसको एक्सटेंड करने की या फर्स्ट हम एक्सटेंड कर रहे हैं, और अब ये अगले रविवार यानी 9 तारीख तक 10 सवेरे तक अब ये जो लॉकडाउन है वो रहेगा, मतलब कंटिन्यू रहेगा और सारे प्रदेश में रहेगा। और सर एक वीकेंड लॉकडाउन लगाया है, क्या उसको एक्सटेंड करने की या फर्स्ट हम एक्सटेंड कर रहे हैं, और अब ये अगले रविवार यानी 9 तारीख तक 10 सवेरे तक अब ये जो लॉकडाउन है वो रहेगा, मतलब कंटिन्यू रहेगा और सारे प्रदेश में रहेगा। और सर एक वीकेंड लॉकडाउन लगाया है, क्या उसको एक्सटेंड करने की या फर्स्ट हम एक्सटेंड कर रहे हैं, और अब ये अगले
रविवार यानी 9 तारीख तक 10 सवेरे तक अब ये जो लॉकडाउन है वो रहेगा, मतलब कंटिन्यू रहेगा सर? कंटिन्यू रहेगा और सारे प्रदेश में रहेगा। और सर एक वीकेंड लॉकडाउन लगाया है, क्या उसको एक्सटेंड करने की या उसको मैं ਤਾਂ ਪੂਰੇ ਹਰਿਆਣਾ ਦੇ ਵਿੱਚ ਲਾਕਡਾਊਨ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਹੈ 7 ਦਿਨ ਦੇ ਲਈ 9 ਮਈ ਤੱਕ ਲਾਕਡਾਊਨ ਰਹੇਗਾ। ਇਹ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਐਲਾਨ ਕੀਤਾ ਗਿਆ ਹੈ। ਇਸ ਵੇਲੇ ਦੀ ਸਭ ਤੋਂ ਵੱਡੀ ਖਬਰ, ਟਰਾਈ ਸਟੇਟ ਦੇ ਵਿੱਚ ਹਰਿਆਣਾ ਪਹਿਲਾ ਸੂਬਾ ਹੈ ਜਿਸ ਨੇ ਲਾਕਡਾਊਨ ਦਾ ਐਲਾਨ ਕੀਤਾ ਹੈ, ਕਿਉਂਕਿ ਪੰਜਾਬ ਚੰਡੀਗੜ੍ਹ ਇੱਥੇ ਵੀ ਇਹ ਸਵਾਲ ਸੀ ਬੜਾ ਵੱਡਾ ਸਰਕਾਰਾਂ ਦੇ ਸਾਹਮਣੇ। ਕੱਲ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਇਹ ਸਪਸ਼ਟ ਕੀਤਾ ਗਿਆ ਸੀ ਕਿ ਲਾਕਡਾਊਨ ਜਿਹੜਾ ਹੈ ਉਹ ਇਸ ਦਾ ਹੱਲ ਨਹੀਂ ਹੈ, ਇਸ ਕਰਕੇ ਪੰਜਾਬ ਸਰਕਾਰ ਲਾਕਡਾਊਨ ਵੱਲ ਨਹੀਂ ਜਾ ਰਹੀ। ਪਰ ਹਰਿਆਣਾ ਨੇ ਅੱਜ ਇਹ ਐਲਾਨ ਕਰ ਦਿੱਤਾ ਹੈ ਕਿ 9 ਮਈ ਤੱਕ ਮੁਕੰਮਲ ਲਾਕਡਾਊਨ ਰਹੇਗਾ। ਜੋ ਵੀਕਐਂਡ ਲਾਕਡਾਊਨ ਸੀ 9 ਜ਼ਿਲ੍ਹਿਆਂ ਦਾ ਐਤਵਾਰ ਤੱਕ ਯਾਨੀ ਅੱਜ ਤੱਕ, ਉਸ ਲਾਕਡਾਊਨ ਨੂੰ ਐਕਸਟੈਂਡ ਕਰਕੇ ਅੱਗੇ ਵਧਾ ਦਿੱਤਾ ਗਿਆ ਹੈ। ਹਰਿਆਣਾ ਦੇ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਵੱਲੋਂ ਟਵੀਟ ਕਰ ਦਿੱਤਾ ਗਿਆ ਹੈ, ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਹਰਿਆਣਾ ਦੇ ਵਿੱਚ ਪੂਰਨ ਲਾਕਡਾਊਨ, ਮੁਕੰਮਲ ਲਾਕਡਾਊਨ ਦਾ ਐਲਾਨ 3 ਮਈ ਦਿਨ ਸੋਮਵਾਰ ਤੋਂ 7 ਦਿਨ ਦੇ ਲਈ ਯਾਨੀ ਅੱਗੇ 9 ਤਰੀਕ ਤੱਕ ਦੇ ਲਈ ਜਿਹੜਾ ਲਾਕਡਾਊਨ ਹੈ ਉਹ ਹਰਿਆਣਾ ਦੇ ਵਿੱਚ ਲਗਾ ਦਿੱਤਾ ਗਿਆ। ਨਕੁਲ ਸਾਡੇ ਸਹਿਯੋਗੀ ਜੁੜੇ ਨੇ, ਨਕੁਲ ਜਸੂਜਾ, ਜਿੱਥੇ ਮਨੋਹਰ ਲਾਲ ਖੱਟਰ ਵੱਲੋਂ ਗੱਲਬਾਤ ਕੀਤੀ ਗਈ ਸੀ। ਨਕੁਲ, ਫਾਈਨਲੀ ਇਸ ਚੀਜ਼ ਦਾ ਸਰਕਾਰਾਂ ਇਹ ਮੰਨ ਕੇ ਚੱਲ ਰਹੀਆਂ ਸੀ ਕਿ ਆਖਰੀ ਹਥਿਆਰ ਹੈ ਲਾਕਡਾਊਨ ਦਾ, ਜੇ ਇਹ ਹਥਿਆਰ ਚਲਾਉਣ ਦੀ ਜ਼ਰੂਰਤ ਪੈਂਦੀ ਹੈ। ਸੋ ਇੱਕ ਤਰੀਕੇ ਨਾਲ ਮੰਨਿਆ ਜਾਵੇ ਕਿ ਹਰਿਆਣਾ ਸਰਕਾਰ ਇਹ ਮੰਨ ਗਈ ਹੈ ਕਿ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ ਲਾਕਡਾਊਨ ਲਾਉਣ ਤੋਂ ਇਲਾਵਾ, ਇਸੇ ਕਰਕੇ ਐਕਸਟੈਂਡ ਕੀਤਾ ਗਿਆ। ਜੀ ਵਿਜੇਪਾਲ, ਬਿਲਕੁਲ, ਕਿਉਂਕਿ ਹਰਿਆਣਾ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਕੇਸ ਵੱਧ ਰਹੇ ਸਨ ਤੇ 9 ਜ਼ਿਲ੍ਹਿਆਂ ਦੇ ਵਿੱਚ ਹੁਣ ਵੀਕਐਂਡ ਲਾਕਡਾਊਨ ਲਾਇਆ ਗਿਆ ਸੀ ਤੇ ਅੱਜ ਚਰਚਾ ਇਹ ਚੱਲ ਰਹੀ ਸੀ ਕਿ ਸੂਬੇ ਦੇ ਵਿੱਚ ਸੰਪੂਰਨ ਲਾਕਡਾਊਨ ਲਾਇਆ ਜਾਊਗਾ। ਤੇ ਹੋਇਆ ਹੋਈ ਜਦੋਂ ਮੁੱਖ ਮੰਤਰੀ ਅੱਜ ਸਿਰਸਾ ਪੁੱਜੇ ਤਾਂ ਸਾਡੇ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਕਿ ਜਿਸ ਤਰ੍ਹਾਂ ਮਾਮਲੇ ਵੱਧ ਰਹੇ ਨੇ ਕਿ ਲਾਕਡਾਊਨ ਨੂੰ ਐਕਸਟੈਂਡ ਕੀਤਾ ਜਾਊਗਾ, ਤਾਂ ਮੁੱਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਕਿ ਇਹ ਲਾਕਡਾਊਨ ਜਿਹੜਾ ਹੈ ਕੱਲ ਅੱਜ ਸੋਮਵਾਰ ਤੋਂ ਲੈ ਕੇ ਸੋਮਵਾਰ ਸਵੇਰ ਤੋਂ ਲੈ ਕੇ ਤੇ ਅਗਲੇ ਹਫਤੇ ਸੰਡੇ ਤੱਕ ਇਹ ਲਾਕਡਾਊਨ ਰਹੂਗਾ। ਇਸ ਤਰ੍ਹਾਂ ਦੀ ਗੱਲ ਮੁੱਖ ਮੰਤਰੀ ਨੇ ਐਲਾਨ ਕੀਤੀ ਹੈ ਕਿਉਂਕਿ ਹਰਿਆਣੇ ਦੇ ਵਿੱਚ ਮਾਮਲੇ ਜਿਹੜੇ ਨੇ ਉਹ ਰੋਜ਼ਾਨਾ ਵੱਧ ਰਹੇ ਨੇ। ਇਸ ਤੋਂ ਇਲਾਵਾ ਜਿਹੜੇ ਆਕਸੀਜਨ ਦੀ ਵੀ ਕਿਤੇ ਨਾ ਕਿਤੇ ਕਿੱਲਤ ਆ ਰਹੀ ਸੀ ਤੇ ਇਹ तमाम ਚੀਜ਼ਾਂ ਨੂੰ ਵੇਖਦੇ ਹੋਏ ਹੁਣ ਲਾਕਡਾਊਨ ਲਾया गया है। ठीक है, ठीक। अंकित दुधानी भी सारे सहयोगी जुड़े हुए हैं। अंकित, क्या ये मान सकते हैं कि अब सेहत सेवाएं जो हैं स्टेट में वो नाकाफी पड़ रही है और इसीलिए सरकार को अब ये लग रहा है कि अब अंतिम हथियार जो है या कहिए अंतिम बाण जो है वो चलाना पड़ेगा? बिल्कुल बिल्कुल विजयपाल, जिस तरह से एक चैन तोड़ने का काम करना बहुत जरूरी था और क्योंकि जिस तरह से प्रदेश में मामले लगातार बढ़ते जा रहे थे तो एक जो कोरोना की चैन अगर नहीं टूटेगी तो इसी तरह से मामले लगातार बढ़ते रहेंगे और उसी चैन को तोड़ने के लिए पहले 9 जिलों के अंदर वीकेंड लॉकडाउन का ऐलान किया गया कि 9 जिलों के अंदर वीकेंड लॉकडाउन लगाया जाए और वो वीकेंड लॉकडाउन चल रहा है। वो कल से शुरू हुआ था, शुक्रवार रात 10 बजे से और सोमवार सुबह 5 बजे तक लगाया गया था। लेकिन अभी जैसे देखा गया है कि दूसरे जिलों के अंदर भी लगातार मामले सामने आ रहे हैं और कल की अगर बात करें 24 घंटे के अंदर तो लगभग 13-13.5 हजार से ज्यादा मामले सामने आए थे। तो कहीं ना कहीं वो और जो मृत्यु दर है, वो मृत्यु संख्या है, वो भी 100 से टप गई थी, 100 से ज्यादा हो गई थी। तो कहीं ना कहीं वो भी एक कारण रहा है और जिस तरह से लगातार मामले सामने आ रहे हैं उसी को ध्यान में रखते हुए अब 1 सप्ताह का लॉकडाउन लगाया गया है। 1 सप्ताह के अंदर कहीं ना कहीं इस कोरोना की चैन टूटेगी और चैन टूटेगी तो कहीं ना कहीं रिलीफ मिलेगा और ये अंदाजा पहले से ही लगाया जा रहा था। आपने भी देखा था कि 2 मई को जब वोटों की गिनती हो जाएगी, चुनावों की 5 राज्यों में जो चुनाव हुए हैं उनकी जब काउंटिंग हो जाएगी तो उसके बाद देश भर में लॉकडाउन की एक आशंका जताई जा रही थी। अभी देश भर का तो अनाउंस नहीं हुआ लेकिन हरियाणा में जरूर 1 हफ्ते का लॉकडाउन का ऐलान कर दिया गया है। तो अंकित, मान सकते हैं कि जो सेहत सेवाएं हैं, क्योंकि कोरोना के बारे में ये माना जा रहा है कि कोरोना अगर किसी को हो जाए तो वो उतना खतरनाक नहीं है जितनी खतरनाक ये परिस्थितियां पैदा कर देता है और हम उन परिस्थितियों से निपटने के या उन परिस्थितियों से लड़ने के काबिल नहीं है। ये तस्वीर हमारे हेल्थ सिस्टम को देखकर समझ आ चुकी है।
बिल्कुल, लगातार जिस तरह से मुख्यमंत्री हों या गृह मंत्री हों, बयान तो लगातार यही दे रहे हैं कि ऑक्सीजन की कोई कमी नहीं है, वेंटिलेटर की कोई कमी नहीं है, बेड की कोई कमी नहीं है, रेमडेसिविर इंजेक्शन की कोई कमी नहीं है। लेकिन अगर ग्राउंड जीरो की रिपोर्ट की बात की जाए तो ग्राउंड जीरो पर हमने देखा है कि कितनी जगह बेड लोगों को नहीं मिल रहे, रेमडेसिविर इंजेक्शन के लिए लोग अभी भी भटक रहे हैं, ऑक्सीजन की भी कमी कहीं ना कहीं नजर आ रही है। ऑक्सीजन की, जबकि जो कोटा है ऑक्सीजन का वो हरियाणा का बढ़ा करके 250 मेट्रिक टन से ज्यादा का कर दिया गया है। उसके बावजूद भी जो मरीजों की संख्या है वो लगातार बढ़ती जा रही है और इसी वजह से ये कहीं ना कहीं ये फैसला लेना पड़ा है कि अब एक चैन टूटेगी तो चैन टूटने के बाद मरीजों की संख्या घटेगी और उससे संसाधन जो है वो भी कहीं ना कहीं काबू में आ सकेंगे, क्योंकि मुख्यमंत्री पहले ही कह चुके थे कि अब ये जो दूसरी वेव आई है इसके लिए एक बाढ़ का तो उनको अनुमान था कि बाढ़ आएगी, लेकिन सुनामी का उनको अनुमान नहीं था कि सुनामी आ जाएगी। खुद मुख्यमंत्री ने कहा है, तो कहीं ना कहीं सुनामी के लिए उन्होंने व्यवस्था भी नहीं की थी और वो व्यवस्थाएं नाकाफी अभी साबित हुई हैं। ठीक है, धन्यवाद अंकित इस जानकारी दे लई। तां